ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ ਜੀ। ਪੇਪਰ 2 ਸੈਕਸ਼ਨ ਬੀ ਵਿੱਚ ਸਾਡੇ ਮੇਨ ਨਾਵਲਕਾਰ ਆ ਜੀ ਨਾਨਕ ਸਿੰਘ। ਨਾਨਕ ਸਿੰਘ ਜੀ ਦੇ 3 ਨਾਵਲ ਆ ਤੁਹਾਡੇ ਸਿਲੇਬਸ ਵਿੱਚ, ਚਿੱਟਾ ਲਹੂ, ਪਵਿੱਤਰ ਪਾਪੀ ਅਤੇ ਇੱਕ ਮਿਆਨ ਦੋ ਤਲਵਾਰਾਂ। ਵੱਡਾ ਟੌਪਿਕ ਆ ਤਾਂ ਪ੍ਰਸ਼ਨ ਆਉਂਦਾ ਹੀ ਆਉਂਦਾ ਆ, ਤੁਸੀਂ ਇਸ ਟੌਪਿਕ ਨੂੰ ਸਕਿਪ ਨਹੀਂ ਕਰ ਸਕਦੇ। ਕੋਈ ਇੰਨਾ ਟਫ ਨਹੀਂ ਟੌਪਿਕ ਹੈ ਇਹ। ਤਾਂ ਤੁਸੀਂ ਕੀ ਕਰਨਾ ਕਿ ਆਪਣੇ ਲੈਵਲ 'ਤੇ 3 ਨਾਵਲ ਪੜ੍ਹ ਲੈਣੇ ਪਹਿਲਾਂ। ਨਾਨਕ ਸਿੰਘ ਦਾ ਨਾਵਲ ਮਾਰਕੀਟ 'ਚੋਂ ਖਰੀਦ ਕੇ ਪੜ੍ਹ ਲੈਣਾ, ਮਜ਼ੇ ਪੜ੍ਹ ਲੈਣਾ। ਤੁਹਾਨੂੰ ਮਤਲਬ ਕਹਾਣੀ ਜੀ ਪਤਾ ਹੋਵੇ, ਵਿੱਚ ਲੈਟਰਸ ਵਗੈਰਾ ਆਉਣਗੇ ਉਹ ਤੁਸੀਂ ਸਕਿਪ ਕਰ ਸਕਦੇ ਆ। ਅਤੇ ਬਾਕੀ ਤੁਸੀਂ ਦੇਖਣਾ ਵੀ ਹਾਂ ਵੀ ਕਰੈਕਟਰਾਂ ਦੇ ਨਾਂ ਗੁਰਦੇਈ, ਸੁੰਦਰੀ, ਇਸ ਤਰ੍ਹਾਂ ਨਾ ਸਾਰੇ ਅੰਡਰਲਾਈਨ ਕਰ ਲੈਣੇ। ਤੁਹਾਨੂੰ ਕਹਾਣੀ ਪਤਾ ਹੋਵੇ, ਕੌਣ ਕਿਹਨਾਂ ਗੱਲਾਂ ਕਰਦਾ ਆ ਉਹ ਪਤਾ ਹੋਵੇ, ਕਿਉਂਕਿ ਇਹਦੇ ਵਿੱਚੋਂ ਨਾ ਇੱਕ ਪੈਰਿਆਂ ਦੀ ਵਿਆਖਿਆ ਆਉਣੀ ਆ 10 ਨੰਬਰ ਦੀ। ਤੁਹਾਡਾ ਪੈਰੇ ਦੀ ਵਿਆਖਿਆ ਵੀ ਕਵਰ ਹੋ ਜਾਏਗੀ ਅਤੇ ਦੂਸਰੇ ਪਾਸੇ ਤੁਹਾਨੂੰ ਕਾਫੀ ਅੰਡਰਸਟੈਂਡਿੰਗ ਹੋ ਜਾਏਗੀ ਟੌਪਿਕ ਤਿਆਰ ਕਰਨ ਵਿੱਚ। ਅਸੀਂ ਮੇਨ ਪੜ੍ਹਦੇ ਹਾਂ ਜੀ। ਚਿੱਟਾ ਲਹੂ ਨਾਵਲ ਵਿੱਚ ਪੇਸ਼ ਦੁਖਾਂਤ। ਚਿੱਟਾ ਲਹੂ ਦੇ ਉੱਤੇ ਨਾ ਇਹੀ ਮੇਨ ਪ੍ਰਸ਼ਨ ਬਣਦਾ ਆ ਕਿ ਇਹਦੇ ਵਿੱਚ ਦੁਖਾਂਤ ਪੇਸ਼ ਹੋਇਆ ਆ, ਦੁੱਖ, ਠੀਕ, ਟ੍ਰੈਜਡੀ ਪੇਸ਼ ਹੋਈ ਆ। ਟ੍ਰੈਜਡੀ ਦੇ ਵਿਭਿੰਨ ਪਹਿਲੂ ਅਸੀਂ ਡਿਸਕਸ ਕਰਾਂਗੇ ਅਤੇ ਇਸ ਤੋਂ ਇਲਾਵਾ ਹੋਰ ਕੁਛ ਕੁਐਸਚਨ ਹੋਇਆ ਤਾਂ ਉਹ ਅਲੱਗ ਤੋਂ ਕਰ ਲਾਂਗੇ ਡਿਸਕਸ। ਅਤੇ ਇਹੀ ਮੇਨ ਪ੍ਰਸ਼ਨ ਬਣਦਾ ਜੀ। ਇਹਦੇ ਅੱਗੇ ਸਬ ਟਾਪਿਕ ਹੋ ਸਕਦੇ ਆ, ਤੁਹਾਨੂੰ ਓਵਰਆਲ ਕਲੀਅਰੈਂਸ ਹੋਊਗੀ ਤਾਂ ਤੁਸੀਂ ਦੂਸਰੇ ਪ੍ਰਸ਼ਨਾਂ ਦੇ ਉੱਤਰ ਵੀ ਦੇ ਸਕੋਗੇ। ਅਸੀਂ ਪੜ੍ਹਦੇ ਹਾਂ ਜੀ ਕਹਾਣੀ। ਆਪਾਂ ਆਰਟੀਕਲ ਪੜ੍ਹਦੇ ਹੀ ਕਹਾਣੀ ਵੀ ਡਿਸਕਸ ਕਰ ਲਾਂਗੇ। ਮੇਨ ਕਹਾਣੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਪਹਿਲੇ ਤਾਂ ਗੱਲ ਆਉਂਦੀ ਜੀ ਨਾਵਲ ਕੀ ਹੁੰਦਾ। ਨਾਵਲ ਇਹ ਤੁਸੀਂ ਯਾਦ ਰੱਖਣਾ ਕਿ ਨਾਵਲ ਹੋ ਗਿਆ, ਨਿੱਕੀ ਕਹਾਣੀ ਹੋ ਗਈ, ਨਿਬੰਧ ਹੋ ਗਏ, ਇਹ ਸਾਰੀਆਂ ਚੀਜ਼ਾਂ ਨਾ ਮਾਡਰਨ ਟਾਈਮ ਦੀ, ਆਧੁਨਿਕ ਕਾਲ ਦੀ ਦੇਣ ਆ। ਅੰਗਰੇਜ਼ਾਂ ਤੋਂ ਆਉਣ ਤੋਂ ਬਾਅਦ ਹੀ ਨਾ ਇਹ ਪੰਜਾਬੀ ਸਾਹਿਤ ਵਿੱਚ ਲਿਖੀਆਂ ਜਾਣ ਲੱਗੀਆਂ। ਜ਼ਿਆਦਾਤਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੀ ਲਿਖੀਆਂ ਜਾਣ ਲੱਗੀਆਂ। ਅਤੇ ਨਾਵਲ ਦੀ ਗੱਲ ਕਰੀਏ ਅਤੇ ਨਾਵਲ ਤੁਹਾਨੂੰ ਵੈਸੇ ਮੋਟਾ ਪਤਾ ਹੋਣਾ ਕਿ ਕਹਾਣੀ ਹੁੰਦੀ ਆ ਜੀ 3-4 ਪੇਜਾਂ ਦੀ ਛੋਟੀ ਜੀ, ਅਤੇ ਨਾਵਲ ਹੁੰਦਾ ਜੀ ਵੱਡਾ, ਇੱਕ ਪੂਰੀ ਬੁੱਕ ਹੀ ਨਾਵਲ ਹੁੰਦੀ ਆ। ਅਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਨਾਵਲ ਕਹਾਣੀਆਂ ਦਾ ਵਿਸਤਾਰ ਆ, ਜਾਂ ਲੰਬੀ ਕਹਾਣੀਆਂ ਨੂੰ ਨਾਵਲ ਨਹੀਂ ਕਹਿੰਦੇ। ਮੰਨ ਲਓ ਇੱਕ ਘਟਨਾ ਹੋਈ, ਦੂਸਰੀ ਘਟਨਾ ਹੋਈ, ਤੀਸਰੀ ਘਟਨਾ ਹੋਈ, ਕਹਾਣੀ ਖਤਮ। ਇੱਕ ਘਟਨਾ ਹੋਈ, ਦੂਸਰੀ ਘਟਨਾ ਹੋਈ, ਤੀਸਰੀ ਘਟਨਾ ਹੋਈ, ਚੌਥੀ ਘਟਨਾ ਹੋਈ, 5ਵੀਂ, 6ਵੀਂ, 7ਵੀਂ, 8ਵੀਂ, 9ਵੀਂ, 10ਵੀਂ, ਇਹ ਘਟਨਾਵਾਂ ਤੁਸੀਂ ਜੋੜਦੇ ਰਹੋਗੇ ਤਾਂ ਉਹਨੂੰ ਨਾਵਲ ਨਹੀਂ ਕਹਿੰਦੇ। ਕਈ ਵਾਰੀ ਨਾਵਲ ਵਿੱਚ ਘਟਨਾਵਾਂ ਉਨੀਆਂ ਕੀ ਹੁੰਦੀਆਂ ਆ ਜਿੰਨੀਆਂ ਕੁ ਕਹਾਣੀ ਦੇ ਵਿੱਚ ਆ, ਪਰ ਉਹਦੀ ਡਿਟੇਲ ਜ਼ਿਆਦਾ ਹੁੰਦੀ ਆ। ਤਾਂ ਹੀ ਨਾਵਲ ਜ਼ਿਆਦਾ ਪੇਜਸ ਦਾ ਬਣ ਜਾਂਦਾ। ਅਤੇ ਥੋੜ੍ਹਾ ਪੜ੍ਹਦੇ ਹਾਂ ਜੀ ਨਾਵਲ ਦੀ ਬੈਕਗਰਾਊਂਡ। ਇਹ ਤੁਹਾਡੇ ਪੇਪਰ 1 ਵਿੱਚ ਵੀ ਹੈ ਨਾ, ਇਹ ਹੈ ਜੀ ਨਾਵਲ ਵਾਲਾ ਵਿਸ਼ਾ। ਉੱਥੇ ਵੀ ਤੁਸੀਂ ਅਲੱਗ ਤੋਂ ਪੜ੍ਹੋਗੇ ਵੀ ਨਾਵਲ ਕੀ ਹੁੰਦੇ ਆ, ਅਤੇ ਪੰਜਾਬੀ ਦੇ ਕੁਛ ਨਾਵਲਕਾਰ ਤੁਸੀਂ ਪੜ੍ਹੋਗੇ। ਅਤੇ ਇੱਥੇ ਨਾਨਕ ਸਿੰਘ ਐਜ਼ ਏ ਨਾਵਲਿਸਟ, ਨਾਵਲਕਾਰ, ਇੱਕ ਵੱਡਾ ਟੌਪਿਕ ਆ ਜੀ ਤੁਹਾਡੇ ਸਿਲੇਬਸ ਦਾ। ਥੋੜ੍ਹਾ ਪੜ੍ਹ ਲੈਂਦੇ ਹਾਂ ਜੀ। ਸਾਹਿਤ ਵਿੱਚ, ਲਿਟਰੇਚਰ ਵਿੱਚ ਨਾਵਲ 18ਵੀਂ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ ਹੈ। 18th ਸੈਂਚੁਰੀ। ਨਾਵਲ ਨਾਮ, ਇਹ ਜਿਹੜੀ ਟਰਮੀਨੋਲੋਜੀ ਆ, ਇਹ ਬੋਕੈਚੀਓ ਦੀ ਇੱਕ ਬਿਰਤਾਂਤਕ ਪੁਸਤਕ ਦੇ ਸ਼ੀਰਸ਼ਕ ਜਾਂ ਸਿਰਲੇਖ ਤੋਂ ਲਿਆ ਗਿਆ ਹੈ। ਠੀਕ, ਇੱਕ ਬਿਰਤਾਂਤਕ ਪੁਸਤਕ। ਬਿਰਤਾਂਤਕ ਹੁੰਦੀ, ਦੇਖੋ ਜੀ, ਇੱਕ ਹੁੰਦਾ ਜੀ ਕਵਿਤਾ ਜਿਹਦੇ ਵਿੱਚ ਤੁਲ ਤੁਕਾਂਤ ਹੁੰਦਾ, ਦੂਸਰਾ ਹੁੰਦਾ ਜੀ ਬਿਰਤਾਂਤ, ਜਿਸ ਤਰ੍ਹਾਂ ਅਸੀਂ ਗੱਲਾਂ ਕਰਦੇ ਹਾਂ। ਨਿਬੰਧ ਹੁੰਦਾ ਆ, ਕਹਾਣੀ ਹੁੰਦਾ ਆ, ਇਹ ਕੀ ਆ, ਬਿਰਤਾਂਤ। ਅਤੇ ਇਹ ਇੱਕ ਪੁਸਤਕ ਆ, ਉਹਦੇ ਹੈਡਿੰਗ ਤੋਂ ਲਿਆ ਗਿਆ ਜੀ ਨਾਵਲ ਵਰਡ, ਜਿਸ ਦੇ ਅਰਥ ਹਨ ਨਵੀਆਂ ਕਥਾਵਾਂ। ਨਾਵਲ ਲਿਖਣ ਦੀ ਪਰੰਪਰਾ ਡੇਲੀਅਨ ਡੈਫੋ ਦੇ ਨਾਵਲ ਰਾਬਿਨਸਨ ਕਰੂਸੋ ਨਾਲ ਸ਼ੁਰੂ ਹੁੰਦੀ ਹੈ। 1719, ਠੀਕ ਹੈ ਨਾ, 1719 ਇਹ ਪਹਿਲਾ ਨਾਵਲ ਆਹ ਵਾਲਾ ਲਿਖਿਆ ਗਿਆ। ਠੀਕ ਹੈ ਜੀ। ਅਤੇ ਫਿਰ ਬਾਅਦ ਵਿੱਚ ਪੰਜਾਬੀ ਵਿੱਚ ਵੀ ਲਿਖੇ ਜਾਣ ਲੱਗੇ। ਨਾਵਲ ਦਾ ਕੋਈ ਸਪਸ਼ਟ ਨਿਖੇੜਕ ਨਾ ਹੋਣ ਕਾਰਨ ਸਾਹਿਤ ਦੀ ਇਸ ਵਿਧਾ ਜਾਂ ਪ੍ਰਕਾਰ ਵਿੱਚ ਵਿਭਿੰਨ ਪ੍ਰਕਾਰ ਦੀਆਂ ਲਿਖਤਾਂ ਦੇ ਸ਼ਾਮਲ ਕੀਤੇ ਜਾਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਅਸੀਂ ਕੋਈ ਵੈਲ ਡਿਫਾਈਨਡ ਨਾਵਲ ਦੀ ਡੈਫੀਨੇਸ਼ਨ ਨਹੀਂ ਕੀਤੀ, ਇਸ ਕਰਕੇ ਇਹਨਾਂ ਦੀਆਂ ਅੱਗੇ ਕਈ ਵੈਰਾਈਟੀਆਂ ਬਣ ਜਾਂਦੀਆਂ। ਕਈ ਪ੍ਰਕਾਰ ਦੀਆਂ ਲਿਖਤਾਂ ਨੂੰ ਨਾਵਲ ਕਿਹਾ ਜਾ ਸਕਦਾ ਆ, ਤਾਂ ਕਈ ਪ੍ਰਕਾਰ ਦੀਆਂ ਲਿਖਤਾਂ ਨੂੰ ਅਸੀਂ ਨਾਵਲ ਵਿੱਚ ਕੰਸੀਡਰ ਕਰ ਸਕਦੇ ਹਾਂ। ਠੀਕ, ਕਿਉਂਕਿ ਇਹਦੀ ਕੋਈ ਸਪਸ਼ਟ ਨਿਖੇੜਕ ਨਹੀਂ ਇਹਦਾ। ਠੀਕ ਹੈ ਜੀ। ਪੰਜਾਬੀ ਵਿੱਚ ਨਾਵਲ ਲਿਖਣ ਦੀ ਪਰੰਪਰਾ ਅੰਗਰੇਜ਼ੀ ਦੇ ਇੱਕ ਨਾਵਲ, ਕਿਹੜੇ, ਪਿਲਗ੍ਰਿਮਸ ਪ੍ਰੋਗਰੈਸ। ਪਿਲਗ੍ਰਿਮਸ ਕੀ ਹੁੰਦੇ ਜੀ,
ਜਿਹੜੇ ਧਾਰਮਿਕ ਯਾਤਰਾ ਕਰਦੇ ਆ, ਪ੍ਰੋਗਰੈਸ ਹੈ ਨਾ, ਦੇ ਅਨੁਵਾਦ ਮਸੀਹ ਮੁਸਾਫਿਰ ਦੀ ਯਾਤਰਾ, ਮਸੀਹ ਮੁਸਾਫਿਰ ਦੀ ਯਾਤਰਾ 1844 1844 ਤੋਂ ਸ਼ੁਰੂ ਹੁੰਦੀ ਹੈ, ਜੋ ਹੁਣ ਤੱਕ ਵੀ ਲਗਾਤਾਰ ਜਾਰੀ ਹੈ। ਪਹਿਲਾ ਨਾਵਲ ਕਿਹੜਾ ਲਿਖਿਆ ਜੀ? ਪਿਲਗ੍ਰਿਮਸ ਪ੍ਰੋਗਰੈਸ ਦਾ ਪੰਜਾਬੀ ਅਨੁਵਾਦ। ਪਹਿਲਾ ਨਾਵਲ ਮੌਲਿਕ ਨਾਵਲ ਨਹੀਂ ਸੀ, ਅੰਗਰੇਜ਼ੀ ਨਾਵਲ ਦਾ ਅਨੁਵਾਦ ਸੀ। ਭਾਈ ਵੀਰ ਸਿੰਘ ਨੂੰ ਪੰਜਾਬੀ ਨਾਵਲ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇਹ ਪ੍ਰਸ਼ਨ ਆਮ ਤੌਰ 'ਤੇ ਆਬਜੈਕਟਿਵ ਪ੍ਰਸ਼ਨ ਅੱਜ ਕੱਲ੍ਹ YouTube 'ਤੇ ਕਈ ਚੈਨਲਾਂ 'ਤੇ ਜਾਂ ਤੁਸੀਂ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ, ਉੱਥੇ ਪੁੱਛਿਆ ਜਾਂਦਾ ਅਤੇ ਆਨਸਰ ਆ ਜਾਂਦਾ ਜੀ ਭਾਈ ਵੀਰ ਸਿੰਘ। ਠੀਕ ਹੈ ਜੀ, ਭਾਈ ਵੀਰ ਸਿੰਘ ਨੂੰ ਮੰਨ ਤਾਂ ਲਿਆ ਤੁਸੀਂ ਜਨਮਦਾਤਾ ਨਾਵਲ ਦਾ, ਪਰ ਇਹ ਸ਼ੁਰੂਆਤ ਚਲੋ ਮੰਨ ਲਈ ਕਿ ਇਹਨਾਂ ਨੇ ਸ਼ੁਰੂਆਤ ਵਿੱਚ ਨਾਵਲ ਲਿਖੇ। ਸਭ ਤੋਂ ਪਹਿਲਾਂ ਪੰਜਾਬੀ ਵਿੱਚ ਨਾਵਲ ਲਿਖਣ ਵਾਲੇ ਮੇਨ ਬੰਦੇ ਭਾਈ ਵੀਰ ਸਿੰਘ ਆ। ਪਰ ਜੇ ਅਸੀਂ ਪੰਜਾਬੀ ਦੇ ਨਾਵਲਕਾਰ ਦੇ ਰੂਪ ਵਿੱਚ ਕਿਸੇ ਨੂੰ ਦੇਖਣਾ ਹੋਵੇ ਨਾ, ਵੀ ਆਹ ਬੰਦਾ ਮੇਨ ਨਾਵਲਕਾਰ ਆ ਪੰਜਾਬੀ ਦਾ, ਤਾਂ ਤੁਹਾਡੇ ਪੇਪਰ ਵਿੱਚ ਮੇਨ ਨਾਵਲਕਾਰ ਵੀ ਉਹੀ ਹੈ, ਉਹ ਹੈ ਜੀ ਨਾਨਕ ਸਿੰਘ। ਨਾਨਕ ਸਿੰਘ ਨੇ ਬਹੁਤ ਵਧੀਆ ਨਾਵਲ ਲਿਖੇ, ਕਾਫੀ ਮਾਤਰਾ ਵਿੱਚ ਲਿਖੇ, 40 ਕੁ ਸਾਲ ਲਗਾਤਾਰ ਲਿਖਦੇ ਰਹੇ। ਇਹਦਾ ਮਤਲਬ 40-42 ਉਹਨਾਂ ਨੇ ਨਾਵਲ ਲਿਖੇ। ਅਤੇ ਨਾਨਕ ਸਿੰਘ ਕਾਫੀ ਸਿੱਖਿਆ ਲੈ ਕੇ, ਦੀਖਿਆ ਲੈ ਕੇ, ਪੜ੍ਹ ਲਿਖ ਕੇ ਨਾਵਲ ਲਿਖਣ ਲੱਗੇ ਸੀ, ਤਾਂ ਉਹਨਾਂ ਨੂੰ ਪਤਾ ਸੀ ਕਿ ਨਾਵਲ ਕੀ ਹੁੰਦਾ ਆ। ਨਾਨਕ ਸਿੰਘ ਤੋਂ ਪਹਿਲਾਂ ਜਿਹੜੇ ਭਾਈ ਸਾਹਿਬਾਨ ਸੀਗੇ, ਥੋੜ੍ਹਾ ਬਹੁਤ ਭਾਈ ਵੀਰ ਸਿੰਘ ਵੀ ਕਹਿ ਲਓ, ਇਹ ਕੀ ਕਰਦੇ ਸੀ ਕਿ ਲੰਬੀਆਂ ਲੰਬੀਆਂ ਕਹਾਣੀਆਂ ਨੂੰ ਹੀ ਇਹਨਾਂ ਨੇ ਨਾਵਲ ਸਮਝ ਲਿਆ ਸੀ। ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਭਾਈ ਸਾਹਿਬਾਨਾਂ ਨੇ, ਪਰ ਨਾਵਲ ਦੀ ਅਸਲੀ ਸਮਝ ਜੋ ਨਾਨਕ ਸਿੰਘ ਨੂੰ ਸੀ ਨਾ, ਉਹ ਇਹਨਾਂ ਨੂੰ ਨਹੀਂ ਸੀ। ਪੰਜਾਬੀ ਨਾਵਲ ਸਾਹਿਤ ਵਿੱਚ ਨਾਨਕ ਸਿੰਘ ਅਜਿਹਾ ਲੇਖਕ ਹੈ ਜਿਸ ਨੂੰ ਸਭ ਤੋਂ ਪਹਿਲਾਂ ਸਭ ਤੋਂ ਵੱਧ ਲੋਕਪ੍ਰਿਯਤਾ ਜਾਂ ਪ੍ਰਸਿੱਧੀ ਮਿਲੀ, ਬਹੁਤ ਫੇਮਸ ਹੋਏ ਇਹ। ਸਭ ਤੋਂ ਵੱਧ ਨਾਵਲ ਸਿਰਜਣਾ ਜਾਂ ਰਚਨਾ ਵੀ ਨਾਨਕ ਸਿੰਘ ਨੇ ਹੀ ਕੀਤੀ। ਉਸ ਵੇਲੇ ਸੋਰਸ ਆਫ ਐਂਟਰਟੇਨਮੈਂਟ ਇੰਨੇ ਨਹੀਂ ਹੁੰਦੇ ਸੀ, ਅਤੇ ਨਾਵਲ ਵਗੈਰਾ ਜਨਤਾ ਗਰੁੱਪ ਵਿੱਚ ਪੜ੍ਹਦੀ ਸੀ, ਅਤੇ ਨਾਨਕ ਸਿੰਘ ਦੇ ਨਾਵਲ ਕਾਫੀ ਫੇਮਸ ਹੁੰਦੇ ਸੀ। ਜਨਤਾ ਹਰ ਸਾਲ ਉਹਨਾਂ ਦਾ ਨਾਵਲ ਦਾ ਵੇਟ ਕਰਦੀ ਸੀ, ਉਡੀਕਦੀ ਸੀ ਵੀ ਨਵਾਂ ਨਾਵਲ ਆਇਆ ਨਾਨਕ ਸਿੰਘ ਦਾ। ਠੀਕ, ਕਿਉਂਕਿ ਇੱਕ ਨਾਵਲ ਉਹ ਖਰੀਦਦੇ ਸੀ ਤਾਂ ਗਰੁੱਪ 'ਚ ਬਹਿ ਕੇ ਪੜ੍ਹ ਲੈਂਦੇ ਸੀ, ਤਾਂ 10-15 ਦਿਨ 'ਚ ਪੜ੍ਹ ਦਿੰਦੇ ਹੋਊਗੇ। ਪਰ ਬਾਅਦ ਵਿੱਚ ਫਿਰ ਉਹ ਸੋਚਦੇ ਆ, ਉਡੀਕ ਕਰਦੇ ਆ ਕਿ ਨਵਾਂ ਨਾਵਲ ਆ ਗਿਆ ਨਾਨਕ ਸਿੰਘ ਦਾ। ਨਾਨਕ ਸਿੰਘ ਤੋਂ ਪਹਿਲਾਂ ਕੁਝ ਭਾਈ ਸਾਹਿਬਾਨਾਂ ਨੇ ਨਾਵਲ ਲਿਖਣ ਦਾ ਯਤਨ ਜ਼ਰੂਰ ਕੀਤਾ ਸੀ, ਪਰ ਉਹਨਾਂ ਨੂੰ ਸਾਹਿਤ ਦੇ ਇਸ ਰੂਪ ਦਾ ਮਿਜ਼ਾਜ ਅਤੇ ਚਰਿੱਤਰ, ਬੇਸਿਕ ਕਰੈਕਟਰ ਕੀ ਆ ਨਾਵਲ, ਉਹਦੇ ਕੀ ਮਿਜ਼ਾਜ ਚਰਿੱਤਰ ਮੀਨ ਉਹਦੇ ਕੀ ਗੁਣ ਲੱਛਣ ਹੁੰਦੇ ਆ, ਪੂਰਨ ਭਾਂਤ ਸਮਝ ਨਹੀਂ ਆਇਆ। ਸਿੱਟੇ ਵਜੋਂ ਉਹਨਾਂ ਨੇ ਕੁਝ ਲੰਬੀਆਂ ਕਹਾਣੀਆਂ ਨੂੰ ਹੀ ਨਾਵਲ ਸਮਝ ਲਿਆ ਸੀ। ਮੈਂ ਦੱਸਿਆ ਕਿ ਨਾਵਲ ਲੰਬੀਆਂ ਕਹਾਣੀਆਂ ਨਹੀਂ ਹੁੰਦੇ। ਪਰੰਤੂ ਨਾਨਕ ਸਿੰਘ ਪ੍ਰਸਿੱਧ ਨਾਵਲਕਾਰਾਂ ਨੂੰ ਪੜ੍ਹ ਕੇ ਸਿੱਖਿਅਤ ਅਤੇ ਦੀਖਿਤ ਹੋਇਆ ਸੀ। ਇਸ ਕਾਰਨ ਉਸ ਨੂੰ ਪੂੰਜੀਵਾਦ ਯੁੱਗ ਦੇ ਇਸ ਰੂਪਾਕਾਰ ਦੇ ਚਰਿੱਤਰ ਨੂੰ ਸਮਝਣ ਵਿੱਚ ਕੋਈ ਕਠਿਨਾਈ ਨਹੀਂ ਹੋਈ। ਦੇਖੋ, ਪੂੰਜੀਵਾਦ ਯੁੱਗ, ਕੈਪੀਟਲਿਸਟ, ਦੇਖੋ ਅੰਗਰੇਜ਼ ਆਏ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇੰਡਸਟਰੀਅਲਾਈਜੇਸ਼ਨ ਆਈਆਂ, ਤਾਂ ਫਿਰ ਕਰਦੇ ਕਰਦੇ ਇਹ ਦੌਰ ਆਉਂਦਾ ਆ ਪੂੰਜੀਵਾਦ ਵਾਲਾ, ਜਿੱਥੇ ਪੂੰਜੀ ਲਾਈ ਜਾਂਦੀ ਆ। ਠੀਕ, ਇੰਡਸਟਰੀ ਵਗੈਰਾ ਜਾਂ ਕੁਛ ਬਿਜ਼ਨਸ ਸੈਟਅਪ ਕੀਤਾ ਜਾਂਦਾ ਆ, ਅਤੇ ਪੈਸੇ ਦੇ ਹਿਸਾਬ ਨਾਲ ਹੀ ਇਸ ਚੀਜ਼ਾਂ ਨੂੰ ਦੇਖਿਆ ਜਾਂਦਾ ਆ, ਜਿੱਥੇ ਮੁਨਾਫਾ ਉਹ ਚੀਜ਼ ਵਧੀਆ, ਅਤੇ ਪੂੰਜੀਵਾਦੀ ਯੁੱਗ। ਅਤੇ ਇਸ ਯੁੱਗ ਵਿੱਚ ਹੀ ਨਾਵਲ ਦਾ ਜ਼ਿਆਦਾ ਉਦੈ ਹੋਇਆ। ਨਾਵਲ ਵਿੱਚ ਇਹ ਸੀ ਨਾ ਕਿ ਤੁਸੀਂ ਕਹਾਣੀ ਦੇ ਵਿਭਿੰਨ ਪੱਖਾਂ 'ਤੇ ਰੌਸ਼ਨੀ ਜ਼ਿਆਦਾ ਪਾ ਸਕਦੇ ਆ, ਕਿਉਂਕਿ ਡਿਟੇਲ ਹੁੰਦੀ ਜ਼ਿਆਦਾ। ਅਤੇ ਇਸ ਰੂਪਾਕਾਰ ਦੀ ਸਮਝ, ਨਾਵਲ ਕੀ ਹੁੰਦਾ ਆ, ਇਸ ਗੱਲ ਦੀ ਸਮਝ ਨਾਨਕ ਸਿੰਘ ਨੂੰ ਕਾਫੀ ਸੀ। ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਾਰਮਿਕ ਦਾਇਰੇ ਵਿੱਚੋਂ ਕੱਢ ਕੇ ਸੈਕੂਲਰ ਮਤਲਬ ਧਰਮ ਨਿਰਪੇਖ ਖੇਤਰ ਵਿੱਚ ਲਿਆਂਦਾ। ਇਸ ਤੋਂ ਪਹਿਲਾਂ ਭਾਈ ਸਾਹਿਬਾਨ ਵਗੈਰਾ ਇਹ ਪੰਜਾਬੀ 'ਚ ਨਾਵਲ ਲਿਖਦੇ ਸੀ, ਜਿਸ ਤਰ੍ਹਾਂ ਭਾਈ ਵੀਰ ਸਿੰਘ, ਅਤੇ ਇਹ ਕੀ ਕਰਦੇ ਸੀਗੇ ਕਿ ਇਹਨਾਂ ਦਾ ਕੇਂਦਰ ਬਿੰਦੂ ਧਰਮ ਹੀ ਰਹਿੰਦਾ ਸੀ। ਅਤੇ ਧਰਮ ਵਿੱਚ ਵੀ ਕੀ ਦਿਖਾਇਆ ਜਾਂਦਾ ਸੀ, ਮੈਂ ਦੱਸਿਆ ਕਿ ਵੀ ਸਿੱਖ ਬਹਾਦਰ ਹੁੰਦੇ ਆ, ਮੁਸਲਿਮ ਅਤਿਆਚਾਰੀ ਆ, ਅਤੇ ਹਿੰਦੂ ਕਾਇਰ ਟਾਈਪ ਦਿਖਾਏ ਜਾਂਦੇ ਸੀ। ਚਲੋ ਇਹ ਗੱਲਾਂ ਵੀ ਸੀਗੀਆਂ, ਪਰ ਮੇਨ ਗੱਲ ਕੀ ਸੀ ਵੀ ਧਰਮ ਦੇ ਉੱਤੇ ਫੋਕਸ ਸੀ, ਗੱਲਾਂ ਕੇਂਦਰ ਬਿੰਦੂ ਉੱਤੇ ਹੀ ਟਿਕੀਆਂ ਸੀ ਧਰਮ ਦੇ। ਪਰ ਨਾਨਕ ਸਿੰਘ ਨੇ ਕੀ ਕੀਤਾ ਕਿ ਧਾਰਮਿਕ ਦਾਇਰੇ 'ਚੋਂ ਨਾਵਲ ਨੂੰ ਬਾਹਰ ਕੱਢਿਆ,
ਤੇ ਧਰਮ ਨਿਰਪੇਖ ਸੈਕੂਲਰ ਖੇਤਰ ਵਿੱਚ ਲਿਆਂਦਾ। ਸਮਾਜ ਦੀਆਂ ਗੱਲਾਂ ਕੀਤੀਆਂ, ਮਨੋਵਿਗਿਆਨ ਦੀਆਂ ਗੱਲਾਂ ਕੀਤੀਆਂ ਤੇ ਆਪਣੀਆਂ ਆਜ਼ਾਦੀ ਦੇ ਘੋਲ ਦੀਆਂ ਗੱਲਾਂ ਕੀਤੀਆਂ। ਉਹ ਦੇਸ਼ ਦੀ ਸਮੁੱਚੀ ਸਥਿਤੀ ਵਿੱਚੋਂ ਕਿਸੇ ਇੱਕ ਅੱਧ ਅੰਸ਼ ਨੂੰ ਚੁਣ ਕੇ, ਕੋਈ ਇੱਕ ਟੌਪਿਕ ਨੂੰ, ਉਹਨੂੰ ਚੁਣ ਕੇ ਉਸ ਦੇ ਦੁਆਲੇ ਘਟਨਾ ਪ੍ਰਬੰਧ ਨੂੰ ਉਸਾਰਦਾ ਹੈ। ਉਹਦੇ ਆਲੇ ਦੁਆਲੇ ਗੱਲਾਂ ਹੋਰ ਚਿੱਤਰ ਕੇ, ਘਟਨਾਵਾਂ ਚਿੱਤਰ ਕੇ ਫਿਰ ਕੀ ਆ, ਪੂਰਾ ਨਾਵਲ ਸਿਰਜਣ ਕਰਦਾ। ਉਹ ਪੰਜਾਬ ਦੇ ਸ਼ਹਿਰਾਂ ਦੀ ਨਿਮਨ ਮੱਧ ਸ਼੍ਰੇਣੀ, ਲੋਅਰ ਮਿਡਲ ਕਲਾਸ ਦੇ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ੇ ਖੇਤਰ ਬਣਾਉਂਦਾ ਹੈ। ਇਹ ਵੀ ਗੱਲਾਂ ਇੰਪੋਰਟੈਂਟ ਆ। ਆਮ ਤੌਰ 'ਤੇ ਅਸੀਂ ਪਹਿਲਾਂ ਦੇਖਿਆ ਕਿ ਕੁਛ ਰਾਈਟਰਸ ਆ ਉਹ ਪੇਂਡੂ ਜੀਵਨ 'ਤੇ ਜ਼ਿਆਦਾ ਫੋਕਸਡ ਆ। ਇੱਥੇ ਨਾਨਕ ਸਿੰਘ ਕੀ ਕਰਦਾ, ਸ਼ਹਿਰਾਂ ਦੇ ਲੋਅਰ ਮਿਡਲ ਕਲਾਸ ਦੇ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਖੇਤਰ ਬਣਾਉਂਦਾ ਹੈ ਨਾਨਕ ਸਿੰਘ। ਨਾਨਕ ਸਿੰਘ ਨੇ ਲਗਭਗ 40 ਸਾਲ ਨਿਰੰਤਰ ਨਾਵਲ ਰਚਨਾ ਕੀਤੀ। ਹਰ ਸਾਲ ਉਹ ਇੱਕ ਨਵਾਂ ਨਾਵਲ ਆਪਣੇ ਪਾਠਕਾਂ ਨੂੰ ਦਿੰਦਾ ਸੀ। ਪਾਠਕ ਹੁੰਦੇ ਜੀ ਪੜ੍ਹਨ ਵਾਲੇ। ਪਾਠਕ ਵੀ ਪੂਰਾ ਵਰ੍ਹਾ ਉਸ ਦੇ ਨਾਵਲ ਨੂੰ ਉਡੀਕਦੇ ਸਨ। ਠੀਕ ਹੈ ਜੀ। ਪੰਜਾਬੀ ਨਾਵਲਾਂ ਦੇ ਇੱਕ ਤੋਂ ਜ਼ਿਆਦਾ ਆਲੋਚਕਾਂ ਨੇ ਨਾਨਕ ਸਿੰਘ ਦੇ 1932 ਈਸਵੀ ਵਿੱਚ ਛਪੇ ਨਾਵਲ ਚਿੱਟਾ ਲਹੂ ਨੂੰ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਮੰਨਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਚਿੱਟਾ ਲਹੂ ਦੀ, ਜੋ ਸਾਡਾ ਨਾਵਲ ਆ। ਆਲੋਚਕਾਂ ਨੇ, 2-3 ਆਲੋਚਕਾਂ ਨੇ ਕਿਹਾ ਹੋਏਗਾ ਵੀ ਹਾਂ ਵੀ ਚਿੱਟਾ ਲਹੂ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਹੁੰਦਾ ਜੀ, ਰੀਅਲਿਸਟਿਕ। ਇਸ ਤੋਂ ਪਹਿਲਾਂ ਆਪਾਂ ਧਾਰਮਿਕ ਗੱਲਾਂ ਕਰਦੇ ਰਹੇ ਨਾਵਲਾਂ ਵਿੱਚ, ਕੁਛ ਇਤਿਹਾਸ ਦੀਆਂ ਗੱਲਾਂ ਵੀ ਹੁੰਦੀਆਂ ਹੋਗੀਆਂ, ਪਰ ਜੇ ਸੱਚੀ ਮੁੱਚੀ ਜੋ ਸਮਾਜ 'ਚ ਹੋ ਰਿਹਾ ਆ ਉਹਦੀ ਤਸਵੀਰ ਜਿਹੜੀ ਪੇਸ਼ ਕਰਨੀ ਆ ਤਾਂ ਉਹ ਇਸ ਨਾਵਲ ਵਿੱਚ ਹੋਈ ਜ਼ਿਆਦਾ। ਚਿੱਟਾ ਲਹੂ ਪਹਿਲਾ ਯਥਾਰਥਵਾਦੀ ਨਾਵਲ ਹੈ। ਤੁਹਾਨੂੰ ਇਹ ਪ੍ਰਸ਼ਨ ਆ ਸਕਦਾ ਕਿ ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਹੈ ਜਾਂ ਯਥਾਰਥਵਾਦੀ ਨਾਵਲ ਮੰਨਿਆ ਜਾਂਦਾ ਹੈ। ਟਿੱਪਣੀ ਕਰੋ, ਵਿਚਾਰ ਦਿਓ, ਚਰਚਾ ਕਰੋ। ਤਾਂ ਤੁਸੀਂ ਫਿਰ ਉਸ ਵੇਲੇ ਜੋ ਨਾਵਲ ਦੀਆਂ ਰੀਅਲਿਸਟਿਕ ਯਥਾਰਥਵਾਦੀ ਗੱਲਾਂ ਆ ਉਹ ਲਿਖਣੀਆਂ ਆ। ਅਸੀਂ ਪੜ੍ਹਾਂਗੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਲਿਖਿਓ। ਕਿਸ ਤਰ੍ਹਾਂ ਜਿਹੜੇ ਧਾਰਮਿਕ ਲੀਡਰ ਆ ਉਹ ਬੇਈਮਾਨ ਹੋ ਗਏ ਆ। ਠੀਕ, ਇਹ ਜੋ ਅਸੀਂ ਗੱਲਾਂ ਪੜ੍ਹਾਂਗੇ ਤੁਸੀਂ ਉਹ ਗੱਲਾਂ ਲਿਖਣੀਆਂ ਵੀ ਇਹ ਸਮਾਜ 'ਚ ਹੋ ਰਿਹਾ ਸੀ। ਇਸ ਵਿੱਚ ਉਸਨੇ ਸਾਰੇ ਦੇ ਸਾਰੇ ਸਮਾਜ ਨੂੰ ਤਕੜੇ ਹੱਥ ਪਾ ਕੇ ਹਲੂਣਿਆ ਹੈ। ਸਾਰੇ ਸਮਾਜ ਨੂੰ ਝੰਜੋੜਿਆ ਆ, ਹਲੂਣਿਆ ਆ ਵੀ ਦੇਖੋ ਤੁਹਾਡੇ ਸਮਾਜ ਵਿੱਚ, ਤੁਹਾਡੇ ਆਪਣੇ ਸਮਾਜ ਵਿੱਚ ਆਹ ਕੁਛ ਹੋ ਰਿਹਾ। ਤੁਸੀਂ ਗੁਰਦੁਆਰਿਆਂ ਨੂੰ, ਧਾਰਮਿਕ ਸਥਾਨਾਂ ਨੂੰ ਆਪਾਂ ਕੁਐਸਚਨ ਨਹੀਂ ਕਰਦੇ, ਪਰ ਧਾਰਮਿਕ ਸਥਾਨਾਂ 'ਤੇ ਜਿਹੜੇ ਕਾਬਿਲ ਬੰਦੇ ਆ ਉਹ ਕਿੱਦਾਂ ਕੁਰੀਤੀਆਂ 'ਚ ਫਸੇ ਹੋਏ ਆ, ਉਹ ਵੀ ਗੱਲ ਕੀਤੀ। ਇਸ ਤਰ੍ਹਾਂ ਦੀ ਕਈ ਗੱਲਾਂ ਕੀਤੀਆਂ। ਉਹਨੂੰ ਪੂਰੇ ਸਮਾਜ ਨੂੰ ਉਹ ਕੀਤਾ, ਹਲੂੜਿਆ, ਝੰਜੋੜਿਆ ਵੀ ਦੇਖੋ ਤੁਹਾਡੇ ਸਮਾਜ ਵਿੱਚ ਕੀ ਕੀ ਹੋ ਰਿਹਾ। ਇਸ ਨਾਵਲ ਵਿੱਚ ਲੇਖਕ ਨੇ ਇੱਕੋ ਸਮੇਂ ਆ ਦੇਖੋ ਕਿੰਨੀਆਂ ਸਮੱਸਿਆਵਾਂ ਨੂੰ ਸਾਡੇ ਸਾਹਮਣੇ ਲੈ ਆਉਂਦਾ ਲੇਖਕ। ਵਿੱਦਿਆ, ਮੇਨ ਕਰੈਕਟਰ ਗੁਰਦਈ ਨੂੰ ਸਿੱਖਿਅਤ ਨਹੀਂ ਹੋਣ ਦਿੱਤਾ ਸਮਾਜ ਨੇ। ਵਿੱਦਿਆ, ਛੂਤ-ਛਾਤ, ਨਸ਼ਿਆਂ ਦਾ ਸੇਵਨ, ਵਿਆਹ ਸ਼ਾਦੀਆਂ ਦੀਆਂ ਕੁਰੀਤੀਆਂ, ਇਸਤਰੀ ਜਾਤੀ ਖਾਸ ਕਰਕੇ ਵਿਧਵਾ ਉੱਤੇ ਜ਼ੁਲਮ, ਗੁਰਦੁਆਰਿਆਂ ਵੱਲੋਂ ਅਣਗਹਿਲੀ ਵੀ ਗੁਰਦੁਆਰਿਆਂ ਦੇ ਜਿਹੜਾ ਮੇਨ ਭਾਈ ਸੀ, ਭਾਈ ਸਾਹਿਬਾਨ, ਉਹ ਸਾਫ਼ ਸਫਾਈ ਨਹੀਂ ਕਰਦੇ ਸੀ। ਕੋਈ ਉਹਨਾਂ ਨੂੰ ਹੈ ਨਹੀਂ ਕਿ ਕਿਸ ਤਰ੍ਹਾਂ ਮੈਨੇਜਮੈਂਟ ਸਹੀ ਕਰਨੀ ਆ। ਗੱਲ ਤੋਂ ਲੜ ਪੈਣਾ, ਬੇਰੁਜ਼ਗਾਰੀ, ਮੁਕੱਦਮੇਬਾਜ਼ੀ, ਭੇਡ ਚਾਲ ਆਦਿ ਕਈ ਸਮੱਸਿਆਵਾਂ ਦੀ ਪੇਸ਼ਕਾਰੀ ਸਾਡੇ ਸਾਹਮਣੇ ਕੀਤੀ ਹੈ ਨਾਨਕ ਸਿੰਘ ਨੇ ਆਪਣੇ ਇਸ ਨਾਵਲ ਵਿੱਚ। ਗੁਰਚਰਨ ਸਿੰਘ ਅਨੁਸਾਰ ਚਿੱਟਾ ਲਹੂ ਨਾਨਕ ਸਿੰਘ ਦਾ ਪਹਿਲਾ ਦੁਖਾਂਤ ਹੈ, ਜਿਸ ਵਿੱਚ ਪਹਿਲੀ ਵਾਰ ਪਹਿਲੇ ਨਾਵਲਾਂ ਵਾਂਗ ਅੰਤ ਭਲੇ ਦਾ ਭਲਾ ਵਾਲੀ ਮੱਧਕਾਲੀਨ ਰੋਮਾਂਚਕ ਵਿਸ਼ਵਾਸ ਰੂੜੀ ਦਾ ਤਿਆਗ ਕਰਕੇ ਯਥਾਰਥ ਦਾ ਰਾਹ ਫੜਨ ਅਤੇ ਸਮਾਜਿਕ ਸਰੋਕਾਰਾਂ ਨੂੰ ਅਗਰ ਭੂਮੀ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਹੈ। ਨਾਨਕ ਸਿੰਘ ਦੇਖੋ, ਇਸ ਤੋਂ ਪਹਿਲਾਂ ਜਿਹੜੇ ਆਪਣੇ ਜੋ ਵੀ ਨਾਵਲ ਲਿਖੇ ਜਾਂਦੇ ਸੀਗੇ ਪੰਜਾਬੀ ਵਿੱਚ ਵੀ, ਹੈ ਨਾ, ਪੰਜਾਬੀ ਸਾਹਿਤ ਵਿੱਚ, ਅਤੇ ਉਹਦੇ ਵਿੱਚ ਕੀ ਸੀ, ਪਰੰਪਰਾ ਚੱਲ ਰਹੀ ਅੰਤ ਭਲੇ ਦਾ ਭਲਾ, ਜਿਹੜਾ ਚੰਗਾ ਇਨਸਾਨ ਆ ਉਹ ਐਂਡ 'ਚ ਜਿੱਤਦਾ ਆ। ਪਰ ਰਿਐਲਿਟੀ ਵਿੱਚ ਹਮੇਸ਼ਾ ਇਸ ਤਰ੍ਹਾਂ ਨਹੀਂ ਸੀਗਾ ਅਤੇ ਬੁਰਾਈ ਦਾ ਕਾਫੀ ਬੋਲਬਾਲਾ ਸੀ। ਸਮਾਜ ਵਿੱਚ ਜੋ ਹੋ ਰਿਹਾ ਸੀ ਉਹਨੂੰ ਇਸ ਤਰ੍ਹਾਂ ਹੀ ਚਿੱਤਰ ਜਾਣਾ, ਉਹਨੂੰ ਕਹਿੰਦੇ ਯਥਾਰਥਵਾਦ। ਅਤੇ ਨਾਨਕ ਸਿੰਘ ਨੇ ਰਿਐਲਿਸਟਿਕ ਵੱਲ ਮੋੜਿਆ ਅਤੇ ਜੋ ਗੱਲਾਂ ਯਥਾਰਥ ਵਿੱਚ, ਅਸਲੀਅਤ ਵਿੱਚ ਵਾਪਰ ਰਹੀਆਂ ਸੀ ਸਮਾਜ ਵਿੱਚ, ਉਹ ਵੈਸੇ ਹੀ ਲਿਖਤੀਆਂ। ਅਤੇ ਪਹਿਲਾਂ ਕੀ ਸੀਗਾ, ਅੰਤ ਭਲੇ ਦਾ ਭਲਾ, ਹੀਰੋ ਜਿੱਤ ਗਿਆ, ਵਿਲਨ ਹਾਰ ਗਿਆ।
ਬੇਸਿਕਲੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹੀਰੋ ਜਿੱਤ ਗਿਆ ਵਿਲਨ ਹਾਰਿਆ ਤੱਕ ਹੀ ਨਾਵਲ ਦੀ ਜਿਹੜੀ ਹੈ ਆਪਣੀ ਅੰਤ ਇੱਥੇ ਹੀ ਹੋਵੇ। ਵੀ ਨਾਵਲਕਾਰ ਨੇ, ਸਾਹਿਤਕਾਰ ਨੇ ਆਪਣੇ ਲਿਟਰੇਚਰ ਰਾਹੀਂ ਸਾਨੂੰ ਇੱਕ ਸੰਦੇਸ਼ ਵੀ ਦੇਣਾ ਹੁੰਦਾ ਅਤੇ ਉਹ ਸੰਦੇਸ਼ ਜੇ ਦੇਣ ਵਿੱਚ ਸਫਲ ਹੋ ਜਾਂਦਾ ਆ, ਭਾਵੇਂ ਉਹਦੇ ਆਪਣੇ ਨਾਵਲ ਦੇ ਜਿਹੜੇ ਹੀਰੋ ਹੀਰੋਇਨ ਆ ਉਹ ਐਂਡ ਵਿੱਚ ਮਰ ਜਾਂਦੇ ਆ, ਹਾਰ ਜਾਂਦੇ ਆ, ਪਰ ਜੇ ਉਹ ਸਾਨੂੰ ਸੰਦੇਸ਼ ਦੇ ਜਾਂਦੇ ਆ ਨਾ ਤਾਂ ਉਹ ਵੀ ਇੱਕ ਜਿੱਤ ਹੁੰਦੀ ਆ, ਕਿਉਂਕਿ ਉਸ ਨਾਲ ਸੁਧਾਰ ਦਾ ਬੇਸ ਬਣਦਾ, ਸੁਧਾਰ ਦੀ ਨੀਂਹ ਰੱਖੀ ਜਾਂਦੀ ਆ। ਤਾਂ ਆਪਾਂ ਇਹਨਾਂ ਨਾਵਲਾਂ ਨੂੰ, ਇਹਨਾਂ ਸਾਹਿਤ ਦੀਆਂ ਇਹਨਾਂ ਜਿਹੜੀਆਂ ਹੈਗੀਆਂ ਕ੍ਰਿਤਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਨੈਗੇਟਿਵ ਆ। ਜੇ ਉਹਨਾਂ ਨੇ ਮੈਸੇਜ ਦਿੱਤਾ, ਸਮਾਜ ਸੁਧਾਰ ਦੀ ਨੀਂਹ ਰੱਖੀ ਆ, ਇਹਦਾ ਮਤਲਬ ਇਹ ਪੋਜ਼ੀਟਿਵ ਆ, ਕੁਛ ਤਾਂ ਪੋਜ਼ੀਟਿਵ ਕੀਤਾ ਉਹਨਾਂ ਨੇ। ਅਤੇ ਸਮਾਜਿਕ ਸਰੋਕਾਰਾਂ ਨੂੰ, ਜੋ ਸਮਾਜਿਕ ਸਾਡੇ ਕੰਸਰਨ ਆ, ਉਹਨਾਂ ਨੂੰ ਅੱਗੇ ਲੈ ਕੇ ਆਇਆ, ਅਗਰ ਭੂਮੀ ਵਿੱਚ ਲਿਆਉਣ ਦਾ ਯਤਨ ਕੀਤਾ ਕਿਸ ਨੇ? ਨਾਨਕ ਸਿੰਘ ਨੇ। ਲੇਖਕ ਸਮਾਜਿਕ ਸਮੱਸਿਆਵਾਂ ਦੇ ਪ੍ਰਸੰਗ ਵਿੱਚੋਂ ਹੀ ਸਮਾਜ ਸੁਧਾਰ ਦੀ ਰੁਚੀ ਦ੍ਰਿੜ ਕਰਾਉਂਦਾ ਹੈ। ਦੇਖੋ, ਜਿਸ ਨਾਲ ਜਾਤੀ ਹੋ ਰਹੀ ਆ, ਜਿਸ ਨੇ ਸਮਾਜਿਕ ਜਿਹੜੀ ਟ੍ਰੈਜਡੀ ਆ, ਤਰਾਸਦੀ ਆ, ਉਹਨੂੰ ਭੋਗਿਆ, ਉਹਦੇ ਵਿੱਚੋਂ ਹੀ ਹੁਣ ਕੀ ਆ, ਆਵਾਜ਼ ਉੱਠਦੀ ਆ। ਸਮਾਜ ਦੇ ਜਿਹੜੇ ਆਪਣੇ ਤਰਸਾਈ ਹੋਏ ਕਰੈਕਟਰ ਹੀ ਕਹਿੰਦਾ ਆ ਕਿ ਮੈਂ ਸੁਧਾਰ ਲਿਆਵਾਂਗਾ। ਕੀ ਕਹਿੰਦੀ ਆ ਸੁੰਦਰੀ ਨਾਵਲ ਦੀ ਇੱਕ ਮੇਨ ਕਰੈਕਟਰ, ਉਹ ਕਹਿੰਦੀ ਹੈ ਮੈਂ ਆਪਣੀ ਕਲਮ ਦੇ ਜ਼ੋਰ ਨਾਲ ਆਪਣੇ ਦੇਸ਼ ਵਿੱਚ ਸੁਧਾਰ ਦਾ ਉਹ ਹੜ੍ਹ ਲਿਆਵਾਂਗੀ ਜਿਸ ਦੇ ਅੱਗੇ ਇਹ ਸਭ ਸਮਾਜਿਕ ਕੂੜਾ ਕਟਕੜ ਰੁੜ ਜਾਵੇਗਾ। ਨਾ, ਜਿਸ ਦੇ ਨਾਲ ਅਣਹੋਣੀ ਹੋ ਰਹੀ ਆ ਉਹੀ ਕਹਿ ਰਹੀ ਆ ਕਿ ਮੈਂ ਸੁਧਾਰ ਵੀ ਲਿਆਵਾਂਗੀ। ਸਮਾਜਿਕ ਸਮੱਸਿਆਵਾਂ ਦੇ ਪ੍ਰਸੰਗ ਵਿੱਚ ਸੁਧਾਰ ਦੀ ਰੁਚੀ ਵੀ ਦ੍ਰਿੜ ਕਰਾਉਂਦਾ ਹੈ। ਅਤੇ ਦੇਖੋ ਸੁਧਾਰ ਲਿਆਉਣਾ ਕਿੱਦਾਂ ਆ? ਕਲਮ ਦੇ ਜ਼ੋਰ ਨਾਲ, ਐਜੂਕੇਸ਼ਨ ਦੇ ਜ਼ੋਰ ਨਾਲ। ਠੀਕ ਹੈ, ਉਹ ਕਹਿੰਦੀ ਮੈਂ ਇਸ ਤਰ੍ਹਾਂ ਆਪਣੀ ਕਲਮ ਚਲਾਵਾਂਗੀ ਕਿ ਸੁਧਾਰ ਇਹਦੇ ਬੇਸ 'ਤੇ ਲੈ ਕੇ ਆਵਾਂਗੀ। ਇਹ ਕਾਫੀ ਢੁਕਵਾਂ ਆਨਸਰ ਆ, ਗਿਆਨ। ਠੀਕ, ਇਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਨਾਵਲਕਾਰ ਸੀ ਨਾ, ਉਹ ਵੀ ਸਮਾਜਿਕ ਸੁਧਾਰਾਂ ਦਾ ਹੱਲ ਲੱਭਦੇ ਆ, ਪਰ ਉਹ ਹੱਲ ਕਿੱਥੇ ਲੱਭਦੇ ਆ? ਧਾਰਮਿਕ ਐਂਗਲ ਤੋਂ ਲੱਭਦੇ ਆ। ਵੀ ਗੜਬੜ ਹੋ ਰਹੀ ਆ ਅਤੇ ਕੋਈ ਇੱਕ ਬੰਦਾ ਆਉਂਦਾ ਪਰਟੀਕੂਲਰ ਧਰਮ ਦਾ, ਉਹ ਚੰਗਾ ਹੁੰਦਾ ਆ ਅਤੇ ਉਹ ਦੁਸ਼ਮਣ ਨੂੰ ਹਰਾ ਦਿੰਦਾ ਆ ਅਤੇ ਚਲੋ ਜੀ ਵਧੀਆ ਹੋ ਜਾਂਦਾ, ਗਰੀਬ ਦੀ ਧੀ ਉਹਦੇ ਘਰ ਪਹੁੰਚਾ ਦਿੰਦਾ ਆ, ਬਸ ਇੱਥੇ ਤੱਕ। ਪਰ ਸਾਡਾ ਜਿਹੜਾ ਲੇਖਕ ਆ ਉਹ ਕੀ ਆ? ਰੀਅਲਿਸਟਿਕ ਹੋ ਕੇ, ਯਥਾਰਥਵਾਦੀ ਹੋ ਕੇ ਗੱਲ ਲਿਖਦਾ। ਜਿਹਦਾ ਸਾਡੇ ਮਨ 'ਚ ਇੱਕ ਚੀਜ਼ ਵਸਾਈ ਗਈ ਸੀ ਕਿ ਮੁਸਲਿਮ ਬੁਰੇ ਹੁੰਦੇ ਆ, ਮੁਸਲਿਮ ਸ਼ਾਸਕਾਂ ਨੇ ਸਾਡੇ 'ਤੇ ਅਤਿਆਚਾਰ ਕੀਤਾ। ਪਰ ਉਸਦੇ ਇਸ ਨਾਵਲ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਸਾਡਾ ਇੱਕ ਕਰੈਕਟਰ ਗੁਰਦੇਈ ਮਰਨ ਕੰਢੇ ਹੁੰਦਾ ਆ ਤਾਂ ਉਹਦੀ ਜਾਨ ਕੌਣ ਬਚਾਉਂਦਾ ਆ? ਮੁਸਲਿਮ ਫਿਰਕੇ ਦੇ ਲੋਕ। ਤਾਂ ਇਹ ਵੀ ਇੱਕ ਸਾਡੇ ਰਾਈਟਰ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਚੰਗੇ ਮਾੜੇ ਧਰਮ ਦੇ ਆਧਾਰ ਨਾਲ ਨਹੀਂ ਹੁੰਦੇ। ਅੱਛਾ ਜੀ, ਪੂਰਵਕਾਲੀ ਮਤਲਬ ਨਾਨਕ ਸਿੰਘ ਤੋਂ ਪਹਿਲਾਂ ਵਾਲੇ ਨਾਵਲਕਾਰ ਉਹ ਵੀ ਸਮਾਜਿਕ ਸਮੱਸਿਆਵਾਂ ਦਾ ਹੱਲ ਲੱਭਦੇ ਸੀ, ਪਰ ਕਿੱਥੇ? ਸੰਪਰਦਾਇਕ ਘੇਰੇ ਵਿੱਚ ਰੱਖ ਕੇ ਤਲਾਸ਼ਦੇ ਹਨ ਹੱਲ। ਸੰਪਰਦਾਇਕ, ਉਹ ਧਰਮ ਦੇ ਐਂਗਲ ਤੋਂ ਦੇਖਦੇ ਆ ਕਿ ਇੱਕ ਪਰਟੀਕੂਲਰ ਧਰਮ ਵਾਲਾ ਬੰਦਾ ਉਹ ਬਹਾਦਰ ਆ, ਉਹ ਚੰਗਾ ਆ ਅਤੇ ਉਹ ਬੁਰੇ ਲੋਕਾਂ ਨੂੰ ਹਰਾ ਦਿੰਦਾ ਆ। ਅਤੇ ਉਹਨਾਂ ਤੋਂ ਜਿੱਦਾਂ ਮੰਨ ਲਓ ਕਿ ਕਿਸੇ ਔਰਤ ਨੂੰ ਚੱਕ ਲਿਆ, ਲੇਡੀ ਨੂੰ ਚੱਕ ਲਿਆ, ਤਾਂ ਉਹਨਾਂ ਨੂੰ ਵਾਪਸ ਲੈ ਆਉਂਦਾ ਆ ਅਤੇ ਉਹ ਸਮਾਜ ਵਿੱਚ ਸੁਧਾਰ ਲੈ ਕੇ ਆਉਂਦਾ ਆ ਇੱਕ ਪਰਟੀਕੂਲਰ ਧਰਮ ਵਾਲੇ ਲੋਕ। ਪਹਿਲਾ ਆਨਸਰ ਕੀ ਸੀਗਾ? ਸੰਪਰਦਾਇਕ ਘੇਰੇ ਵਿੱਚ। ਚਿੱਟਾ ਲਹੂ ਵਿੱਚ ਸਭ ਤੋਂ ਵੱਧ ਦੁਖਾਂਤ ਗੁਰਦੇਈ ਭੁਗਤੀ ਹੈ। ਹੁਣ ਅਸੀਂ ਦੁਖਾਂਤ ਵਿੱਚ ਗੱਲ ਕਰਾਂਗੇ। ਗੁਰਦੇਈ ਹੈ ਜੀ ਮੇਨ ਮਤਲਬ ਕਰੈਕਟਰ ਇਸ ਨਾਵਲ ਦਾ। ਗੁਰਦੇਈ ਦੀ ਮਾਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਆ ਜਦੋਂ ਹਾਲੇ ਗੁਰਦੇਈ ਛੋਟੀ ਸੀ। ਬਾਅਦ ਵਿੱਚ ਇਹਦਾ ਜਿਹੜਾ ਬਾਪ ਆ ਉਹ ਕੀ ਕਰਦਾ? ਸ਼ਰਾਬ ਵਿੱਚ ਜ਼ਿਆਦਾ ਹੋ ਜਾਂਦਾ। ਪਹਿਲਾਂ ਵੀ ਸ਼ਰਾਬ ਪੀਂਦਾ ਸੀ। ਤਾਂ ਗੁਰਦੇਈ ਦੀ ਮਾਂ ਦੀ ਮੌਤ ਦਾ ਕਾਰਨ ਵੀ ਕੀ ਆ? ਸ਼ਰਾਬੀ ਪਿਤਾ ਹੀ ਸੀ ਜੋ ਕਿ ਆਪਣੀ ਘਰਵਾਲੀ ਨਾਲ ਕੁੱਟਮਾਰ ਕਰਦਾ ਸੀ। ਠੀਕ, ਗੁਰਦੇਈ ਦੀ ਮਾਂ ਦੀ ਮੌਤ ਕਿਉਂ? ਕਿਉਂਕਿ ਮਰਦ ਪ੍ਰਧਾਨ ਸਮਾਜ, ਔਰਤ ਦੀ ਆਰਥਿਕ ਪਰ ਨਿਰਭਰਤਾ ਅਤੇ ਉਹ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਦਾ ਸੀ। ਫਿਰ ਥੋੜ੍ਹਾ ਪੈਸਾ ਧੇਲਾ ਸੀਗਾ ਇਹਦੇ ਬਾਪ ਕੋਲ ਅਤੇ ਯਾਰ ਦੋਸਤ ਇਕੱਠੇ ਰਹੇ, ਸ਼ਰਾਬ ਪੀਂਦੇ ਰਹੇ। ਜਦੋਂ ਬਾਪ ਕੋਲ ਪੈਸਾ ਖਤਮ ਹੋ ਗਿਆ ਤਾਂ ਫਿਰ ਯਾਰ ਦੋਸਤ ਪਿੱਛੇ ਹਟ ਗਏ, ਰਿਸ਼ਤੇਦਾਰ ਪਿੱਛੇ ਹਟ ਗਏ। ਤਾਂ ਫਿਰ ਸਮਾਜ ਨੇ ਹੀ ਚੱਕ ਦਿੱਤੀ ਕਿ ਤੂੰ ਆਪਣੀ ਧੀ ਨੂੰ ਵੇਚ ਦੇ। ਠੀਕ, ਤਾਂ ਉਹ ਗੁਰਦੇਈ ਦਾ ਬਾਪ ਆਪਣੀ ਧੀ ਗੁਰਦੇਈ ਨੂੰ ਇੱਕ ਲਾਲੇ ਕੋਲ ਵੇਚ ਦਿੰਦਾ। ਹਜ਼ਾਰ ਦੀਆਂ 2 ਥੈਲੀਆਂ ਲੈ ਕੇ ਵੇਚ ਦਿੰਦਾ ਆਪਣੀ ਹੀ ਧੀ ਨੂੰ ਇਸ ਤਰ੍ਹਾਂ ਦੇ ਬੰਦੇ ਕੋਲ, ਜੋ ਕਿ ਉਹਦੀ
ਜੋ ਕਿ ਗੁਰਦੇਈ ਦੇ ਬਾਪ ਦੀ ਉਮਰ ਤੋਂ ਵੀ ਵੱਡਾ ਸੀ। ਨਿੱਜੀ ਜਾਇਦਾਦ ਦੇ ਬਖੇੜੇ ਦੇ ਕਾਰਨ ਗੁਰਦੇਈ ਧੀ ਤੋਂ ਵਿਕਰੀ ਦੀ ਵਸਤੂ ਬਣਦੀ ਆ, ਵੇਚ ਦਿੱਤਾ ਜਾਂਦਾ ਉਹਨੂੰ। ਫਿਰ ਵਿਧਵਾ ਹੋ ਜਾਂਦੀ ਆ, ਜਿਸ ਕੋਲ ਵੇਚਿਆ ਸੀ ਉਹ ਵੀ ਮਰ ਜਾਂਦਾ। ਫਿਰ ਉਹਦਾ ਕੁੱਟਮਾਰ ਹੁੰਦੀ ਆ, ਉਹਨੂੰ ਘਰੋਂ ਕੱਢ ਦਿੱਤਾ ਜਾਂਦਾ ਆ, ਮੌਤ ਨੇ ਮੂੰਹ ਪੈਂਦੀ ਆ, ਫਿਰ ਬਚ ਜਾਂਦੀ ਆ, ਫਿਰ ਬੇਸਵਾ ਬਣਦੀ ਆ, ਫਿਰ ਐਂਡ ਵਿੱਚ ਆਪਣੇ ਦੁਸ਼ਮਣਾਂ ਤੋਂ ਬਦਲਾ ਲੈ ਕੇ ਖੁਦਕੁਸ਼ੀ ਕਰ ਲੈਂਦੀ ਆ। ਐਂਡ ਵਿੱਚ ਕੀ ਹੁੰਦਾ? ਖੁਦਕੁਸ਼ੀ। ਇਹ ਕੀ ਆ? ਇਹਦੀ ਟ੍ਰੈਜਡੀ ਦੇਖੋ। ਮਾਂ ਦੀ ਮੌਤ, ਵੇਚ ਦਿੱਤੀ ਗਈ, ਵਿਧਵਾ ਹੋ ਗਈ, ਬੇਸਵਾ ਬਣ ਗਈ, ਐਂਡ ਵਿੱਚ ਖੁਦਕੁਸ਼ੀ। ਇਹ ਕੀ ਆ? ਸਾਰੇ ਦੁਖਾਂਤ ਵਾਲੀ ਗੱਲਾਂ, ਟ੍ਰੈਜਿਕ, ਤਰਾਸਦੀ ਆ ਇਹ। ਥੋੜ੍ਹਾ ਕਹਾਣੀ ਪੜ੍ਹ ਲਈ ਹੈ। ਗੁਰਦੇਈ ਦੇ ਬਚਪਨ ਵਿੱਚ ਹੀ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ, ਜਿਸ ਦਾ ਕਾਰਨ ਸ਼ਰਾਬੀ ਪਤੀ ਦਾ ਉਸ ਉੱਤੇ ਜ਼ੁਲਮ ਸੀ। ਗੁਰਦੇਈ ਦੇ ਬਾਪ ਦੇ ਯਾਰ ਦੋਸਤ ਓਨੀ ਦੇਰ ਤੱਕ ਸਾਥ ਦਿੰਦੇ ਰਹੇ ਜਦ ਤੱਕ ਦਾਹੜ ਗਰਮ ਸੀ, ਮਤਲਬ ਖਾਣ ਪੀਣ ਨੂੰ ਮਿਲਦਾ ਰਿਹਾ, ਤਾਂ ਯਾਰ ਦੋਸਤ ਵੀ ਨਾਲ ਰਹੇ ਬਾਪ ਦੇ। ਠੀਕ ਹੈ ਜੀ। ਬਾਪ ਨੇ ਗੁਰਦੇਈ ਨੂੰ ਲਾਲਾ ਮਿੱਠਾ ਮੱਲ ਕੋਲ ਵੇਚ ਦਿੱਤਾ। ਤਾਂ ਦੇਖੋ, ਇਸ ਲਾਲਾ ਮਿੱਠਾ ਮੱਲ ਦੀ ਉਮਰ ਗੁਰਦੇਈ ਦੇ ਪਿਓ ਤੋਂ ਵੀ ਵਡੇਰੀ ਸੀ, ਪਰ ਫਿਰ ਵੀ ਕਿਸੇ ਨੇ ਕਿਹਾ ਨਹੀਂ ਕਿ ਇਹ ਗਲਤ ਕੰਮ ਆ। ਬਿਰਾਦਰੀ ਨੇ ਵੀ ਇਸ ਕੰਮ ਵਿੱਚ ਪੂਰਾ ਸਾਥ ਦਿੱਤਾ। ਗੁਰਦੇਈ ਦਾ ਪਤੀ ਉਸ ਦੇ ਪਿਓ ਤੋਂ ਵੀ ਵਡੇਰੀ ਉਮਰ ਦਾ ਸੀ। ਗੁਰਦੇਈ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੇ ਬਾਪ ਨੇ ਉਸ ਨੂੰ ਅਨਪੜ੍ਹ ਹੀ ਰੱਖਿਆ। ਅਨਪੜ੍ਹ ਸੀ, ਉਹਨੂੰ ਪੜ੍ਹਾਇਆ ਨਹੀਂ। ਇਹ ਵੀ ਇੱਕ ਸਮੱਸਿਆ ਦੇਖੋ ਸਾਡੇ ਸਾਹਮਣੇ। ਹੁਣ ਦੇਖੋ ਇੰਨੇ ਕੁ ਪੈਰੇ 'ਚ ਕਿੰਨੀਆਂ ਸਮੱਸਿਆਵਾਂ ਆ ਗਈਆਂ। ਠੀਕ, ਔਰਤ ਨੂੰ ਵੇਚਣਾ, ਬਾਪ ਸ਼ਰਾਬੀ। ਠੀਕ, ਸਮਾਜ ਕੀ ਆ? ਜਿੰਨੀ ਦੇਰ ਤੱਕ ਦਾੜ ਗਰਮ ਆ ਉਸ ਨਾਲ ਤੱਕ ਤੁਹਾਡਾ ਸਾਥ ਦਿੰਦਾ। ਵਿਆਹ ਦੇ 1 ਸਾਲ ਦੇ ਅੰਦਰ ਹੀ ਉਸ ਦਾ ਦਮੇ ਦਾ ਮਰੀਜ਼, ਐਕਚੁਅਲੀ ਉਹਦਾ ਪਤੀ ਲਾਲਾ ਮਿੱਠਾ ਮੱਲ, ਉਸ ਨੂੰ ਦਮਾ ਸੀ, ਬਿਮਾਰ ਸੀ। 1 ਸਾਲ ਦੇ ਅੰਦਰ ਹੀ ਚਲੋ ਜੀ ਉਹ ਜਹਾਨੋਂ ਤੁਰ ਗਿਆ, ਮਰ ਗਿਆ। ਹੁਣ ਲੀਗਲ ਵਾਰਿਸ ਤਾਂ ਗੁਰਦੇਈ ਹੋਈ, ਪਰ ਉਸ ਦੇ ਮਤਰੇਈ ਪੁੱਤਰਾਂ ਨੇ ਜਾਇਦਾਦ ਖਾਤਰ ਉਸ ਨੂੰ ਕਾਫੀ ਤੰਗ ਕੀਤਾ, ਉਸ ਦੀ ਕੁੱਟਮਾਰ ਵੀ ਕੀਤੀ। ਠੀਕ ਹੈ, ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਮਰਨ ਹਾਕੀ ਕਰਕੇ ਛੱਡਤਾ। ਇਸ ਤੋਂ ਪਹਿਲਾਂ ਉਹਨਾਂ ਨੇ ਨਾ ਧੋਖੇ ਨਾਲ ਉਹਦਾ ਅੰਗੂਠਾ ਲੈ ਲਿਆ ਕਾਗਜ਼ਾਂ 'ਤੇ, ਅਤੇ ਅੰਗੂਠਾ ਲੈ ਕੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ। ਅੰਤ ਉਹ ਧੋਖੇ ਨਾਲ ਅਨਪੜ੍ਹ ਗੁਰਦੇਈ ਕੋਲੋਂ ਅੰਗੂਠਾ ਲਗਵਾ ਕੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲੈਂਦੇ ਹਨ। ਠੀਕ ਹੈ ਜੀ, ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ ਅਤੇ ਕੁੱਟ ਕੇ ਉਹਨੂੰ ਬਾਹਰ ਇੱਦਾਂ ਸਿੱਟਤਾ ਕਿਤੇ ਬੀਆਬਾਨ ਵਿੱਚ। ਇਸ ਤੋਂ ਅੱਗੇ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।